ਸਾਹਿਬ ਪੰਜਾਬ 'ਚ ਜਿਹੜੀ ਵਾਟਰ ਟੇਬਲ ਆ ਉਹ ਰਿਸੀਡ ਹੋ ਰਿਹਾ ਉਹਦੀ ਬਾਬਤ ਦੱਸੋ। ਦੇਖੋ ਜੀ, ਪਹਿਲਾਂ ਤਾਂ ਆਪਾਂ ਨੂੰ ਇਤਿਹਾਸ 'ਤੇ ਨਜ਼ਰ ਮਾਰਨੀ ਬੜੀ ਜ਼ਰੂਰੀ ਹੈ। ਪਹਿਲਾਂ ਵੀ 18ਵੀਂ ਸਦੀ ਦੇ ਵਿੱਚ ਵੀ ਪੰਜਾਬ ਦੇ ਵਿੱਚ ਪਾਣੀ ਕਾਫੀ 100 ਤੋਂ 150 ਫੁੱਟ ਤੱਕ ਡੂੰਘਾ ਸੀ। ਅਤੇ ਉਦੋਂ ਤੁਹਾਨੂੰ ਪਤਾ ਹੀ ਹੈ ਵੀ ਜਿਵੇਂ ਪਹਿਲਾਂ ਬਾਰਿਆਂ ਦੇ ਨਾਲ ਰੱਸੇ ਖਿੱਚ ਕੇ ਉਹ ਚਮੜੇ ਦੇ ਡੋਲ ਸੀਗੇ, ਉਹਨਾਂ ਨਾਲ ਪਾਣੀ ਕੱਢਦੇ ਸੀ। ਫਿਰ ਪੰਜਾਬ ਦੇ ਵਿੱਚ ਜਦੋਂ ਖਾਸ ਤੌਰ 'ਤੇ ਨਹਿਰਾਂ ਆਈਆਂ, ਨਹਿਰਾਂ ਕੱਢੀਆਂ ਗਈਆਂ, ਉਹਨਾਂ ਨਹਿਰਾਂ ਦੇ ਨਾਲ ਹੌਲੀ ਹੌਲੀ ਜਿਹੜਾ ਵਾਟਰ ਟੇਬਲ ਆ, ਪਾਣੀ ਦੀ ਸਤ੍ਹਾ ਉੱਪਰ ਆ ਗਈ ਅਤੇ ਉਹ ਕੋਈ 20 ਫੁੱਟ ਤੱਕ ਜਾਂ 10 ਫੁੱਟ ਤਾਈਂ ਵੀ ਆ ਗਈ। ਅਤੇ ਇਹਦੇ ਨਾਲ ਫਿਰ ਦੂਜੇ ਟਿੰਡਾਂ ਵਾਲੇ ਖੂਹ ਵੀ ਲੱਗਣੇ ਸ਼ੁਰੂ ਹੋ ਗਏ। ਉਸ ਤੋਂ ਬਾਅਦ ਟਿਊਬਵੈੱਲ ਵੀ ਲੱਗਣੇ ਸ਼ੁਰੂ ਹੋ ਗਏ। ਅਤੇ ਪਰ ਫਿਰ ਅਤੇ ਕਿਸਾਨ ਜਿਹੜਾ ਪੰਜਾਬ ਦਾ, ਇਹਦੇ ਨਾਲ ਖੁਸ਼ਹਾਲੀ ਵੀ ਕਿਸਾਨ ਨੂੰ ਆਈ। ਨਹਿਰਾਂ ਦਾ ਪਾਣੀ ਵੀ ਸੀ, ਖੂਹਾਂ ਦਾ ਵੀ ਹੋ ਗਿਆ, ਕਿਉਂਕਿ ਨਹਿਰਾਂ ਦੇ ਪਾਣੀ ਦੇ ਨਾਲ ਪਾਣੀ ਦੀ ਸਤ੍ਹਾ ਉੱਚੇ ਹੋ ਗਈ, ਉਹਦੇ ਨਾਲ ਖੂਹ ਲੱਗ ਗਏ, ਟਿਊਬਵੈੱਲ ਲੱਗ ਗਏ। ਅਤੇ ਪੰਜਾਬ ਦਾ ਕਿਸਾਨ ਪਹਿਲਾਂ ਵੀ ਸਾਰੀਆਂ ਫਸਲਾਂ ਬੀਜਦਾ ਸੀ ਆਪਣੀ ਲੋੜ ਮੁਤਾਬਕ, ਜਿਵੇਂ ਕਣਕ ਹੈ, ਚਾਰਾ, ਜਿਵੇਂ ਸਾਉਣੀ ਦੇ ਵਿੱਚ ਮੱਕੀ ਹੈ, ਕਪਾਹ, ਦਾਲਾਂ, ਤੇਲ ਬੀਜ ਹੈ। ਸੋ ਉਹਦੇ ਨਾਲ ਜਿਹੜੀ ਸਾਡਾ ਪਾਣੀ ਦਾ, ਉਹ ਫਸਲਾਂ ਪਾਣੀ ਜ਼ਿਆਦਾ ਲੈਂਦੀਆਂ ਸੀ, ਕੁਛ ਘੱਟ ਲੈਂਦੀਆਂ ਸੀ, ਅਤੇ ਉਹ ਜਿਹੜਾ ਲੈਵਲ ਉਹਦਾ ਬਣਿਆ ਰਿਹਾ। ਪਰ ਆਜ਼ਾਦੀ ਤੋਂ ਬਾਅਦ, ਖਾਸ ਤੌਰ 'ਤੇ 1970 ਤੋਂ ਬਾਅਦ, ਫਿਰ ਝੋਨੇ ਦਾ ਰੁਝਾਨ ਆਇਆ। ਔਰ ਰੁਝਾਨ ਇਸ ਕਰਕੇ ਆਇਆ ਕਿਉਂਕਿ ਸਾਡੇ ਹਿੰਦੁਸਤਾਨ ਦੇ ਵਿੱਚ ਅਨਾਜ ਦੀ ਘਾਟ ਆ ਗਈ। ਅਨਾਜ ਦੀ ਘਾਟ ਆਉਣ ਨਾਲ ਹਿੰਦੁਸਤਾਨ ਦੀ ਭਾਰਤ ਸਰਕਾਰ ਨੇ, ਕੇਂਦਰੀ ਸਰਕਾਰ ਨੇ ਉਹ ਪਾਲਿਸੀਆਂ ਬਣਾਉਣੀਆਂ, ਚੌਲਾਂ ਦੀ ਪੈਦਾਵਾਰ ਵਧੇ, ਕਿਉਂਕਿ ਬਾਕੀ ਸੂਬੇ ਚੌਲਾਂ ਦੀ ਖਪਤ ਕਰਦੇ ਸੀ। ਸੋ ਇਸ ਕਰਕੇ ਇੱਕ ਤਾਂ ਪੰਜਾਬ ਦੇ ਵਿੱਚ ਚੌਲਾਂ ਦੀ ਵਧਾਉਣ ਲਈ ਖੋਜ ਵੀ ਚੌਲਾਂ ਦੀ ਲਈ ਜਾਂ ਕਣਕ ਦੀ ਲਈ ਪੈਸਾ ਆਇਆ, ਇਹਨਾਂ ਦੀਆਂ ਕਿਸਮਾਂ ਆਈਆਂ। ਅਤੇ ਨਾਲ ਹੀ ਸਮਰਥਨ ਮੁੱਲ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ, ਉਹ ਕਣਕ ਦੀ ਅਤੇ ਝੋਨੇ ਦੀ ਮਿਥੀ ਵੀ ਗਈ। ਮਿਥੀ ਤਾਂ ਭਾਵੇਂ ਹੋਰ ਵੀ ਸਾਰੀਆਂ ਫਸਲਾਂ ਦੀ ਜਾਂਦੀ ਹੈ, ਪਰ ਯਕੀਨੀ ਇਹ ਝੋਨੇ ਦੀ ਜਿਹੜੀ ਆ ਅਤੇ ਕਣਕ ਦੀ ਜਿਹੜਾ ਸਮਰਥਨ ਪ੍ਰਾਈਸ ਹੈ ਜਾਂ ਮਿਨੀਮਮ ਸਪੋਰਟ ਪ੍ਰਾਈਸ ਹੈ, ਉਹ ਯਕੀਨੀ ਬਣਾਈ ਗਈ। ਅਤੇ ਇਹਦਾ ਨਤੀਜਾ ਕੀ ਹੋਇਆ ਕਿ ਝੋਨਾ ਦੂਜੀਆਂ ਸਾਉਣੀ ਦੀਆਂ ਫਸਲਾਂ ਨਾਲੋਂ, ਦਾਲਾਂ ਨਾਲੋਂ, ਮੱਕੀ ਨਾਲੋਂ, ਤੇਲ ਬੀਜਾਂ ਨਾਲੋਂ ਇਹ ਜ਼ਿਆਦਾ ਜਿਹੜੇ ਮੁਨਾਫੇ ਵਾਲੀ ਫਸਲ ਬਣ ਗਈ। ਸੋ ਕਿਸਾਨਾਂ ਨੇ ਜਿਹੜਾ ਰਕਬਾ ਝੋਨੇ ਹੇਠ ਲਿਆਉਣਾ ਸ਼ੁਰੂ ਕਰ ਦਿੱਤਾ। ਹੁਣ ਤਾਂ ਅੱਜ ਦੇ ਇਸ ਵੇਲੇ ਕੋਈ 42 ਲੱਖ ਹੈਕਟੇਅਰ ਰਕਬਾ ਜਿਹੜਾ ਪੰਜਾਬ ਦਾ ਖੇਤੀ ਥੱਲੇ ਹੈ, ਅਤੇ ਜਿਹਦੇ ਵਿੱਚੋਂ 26 ਲੱਖ ਹੈਕਟੇਅਰ ਸਾਉਣੀ ਦੇ ਵਿੱਚ ਇਕੱਲੇ ਝੋਨੇ ਥੱਲੇ ਹੁੰਦਾ, ਜਿਹਨੂੰ ਜਾਂ ਆਪਾਂ ਦੂਜੇ ਲਫ਼ਜ਼ਾਂ 'ਚ ਕਹਿ ਦਈਏ 100 ਲੱਖ ਏਕੜ ਦੇ ਵਿੱਚੋਂ 65 ਲੱਖ ਏਕੜ ਰਕਬਾ ਝੋਨੇ ਥੱਲੇ ਹੁੰਦਾ। ਅਤੇ ਇਹਦੇ ਨਾਲ ਕਿ ਹੁਣ ਤੁਹਾਨੂੰ ਪਤਾ ਵੀ ਇਹ ਪਾਣੀ ਬਹੁਤ ਖਿੱਚਦਾ, ਅਤੇ ਨਾਲ ਦੀ ਨਾਲ ਜਦੋਂ ਬਿਜਲੀ ਆ ਗਈ, ਬਿਜਲੀ ਦੇ ਨਾਲ ਪਹਿਲਾਂ ਫਲੈਟ ਰੇਟ ਹੋ ਗਿਆ, ਫਿਰ ਬਿਜਲੀ ਮੁਫਤ ਹੋ ਗਈ। ਸੋ ਕਿਸਾਨਾਂ ਨੂੰ ਇਹ ਤਾਂ ਫਿਰ ਨਹੀਂ ਫਿਕਰ ਰਿਹਾ ਵੀ ਪਾਣੀ ਦਾ ਵੀ ਹੈਗਾ, ਅਤੇ ਉਹ ਝੋਨੇ ਥੱਲੇ ਰਕਬਾ ਵੱਧ ਗਿਆ, ਅਤੇ ਉਹ ਪਾਣੀ ਜਿਹੜਾ ਥੱਲਿਓਂ ਅਸੀਂ ਇੰਨਾ ਖਿੱਚਣ ਲੱਗ ਗਏ, ਅਤੇ ਟਿਊਬਵੈੱਲ ਅੱਜ ਕੋਈ ਮੇਰਾ ਖਿਆਲ ਆ ਵੀ 11.5 ਲੱਖ ਜਾਂ 12 ਲੱਖ ਦੇ ਕਰੀਬ ਜਿਹੜੇ ਟਿਊਬਵੈੱਲ ਆ, ਉਹ ਧਰਤੀ ਦਾ ਪਾਣੀ ਲਗਾਤਾਰ ਖਿੱਚਣ ਲੱਗੇ। ਠੀਕ ਹੈ ਨਾ ਜੀ। ਉਹਦੇ ਨਾਲ ਕੀ ਹੋਇਆ, ਅਤੇ ਜਿਹੜਾ ਪਾਣੀ ਦਾ ਸਤ੍ਹਾ ਜਿਹੜੀ ਆ ਉਹ ਥੱਲੇ ਜਾਣ ਲੱਗ ਗਈ। 1990 ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇਸ ਦਾ ਫਿਕਰ ਕੀਤਾ, ਇੱਕ ਕਮੇਟੀ ਬਣੀ ਮਹਾਰਾਂ ਦੀ, ਔਰ ਉਹ ਕਮੇਟੀ ਨੇ ਬੜੇ ਸਾਫ਼ ਲਫ਼ਜ਼ਾਂ 'ਚ ਕਿਹਾ ਕਿ ਵੀ ਜਿਹੜਾ ਝੋਨੇ ਥੱਲੇ ਉਸ ਵੇਲੇ ਕੋਈ 20 ਲੱਖ ਹੈਕਟੇਅਰ ਰਕਬਾ ਝੋਨੇ ਦੇ ਥੱਲੇ ਸੀ, 50 ਲੱਖ ਏਕੜ। ਉਹਨਾਂ ਨੇ ਕਿਹਾ ਵੀ ਆਪਾਂ ਇਸ ਨੂੰ 40 ਲੱਖ ਏਕੜ ਤੱਕ ਲੈ ਆਈਏ। ਜਿਹੜੀ ਪੰਜਾਬ ਦੀ ਜ਼ਮੀਨ ਆ, ਪੰਜਾਬ ਦਾ ਜਿਹੜੀਆਂ ਹਾਲਤਾਂ, ਪੰਜਾਬ ਦਾ ਪਾਣੀ ਆ, ਇਹ 40 ਲੱਖ ਏਕੜ ਝੋਨੇ ਤੋਂ ਜ਼ਿਆਦਾ ਚੱਲ ਨਹੀਂ ਸਕਦਾ। ਸੋ 10 ਲੱਖ ਏਕੜ ਥੱਲੇ ਲਿਆਈਏ। ਪਰ ਹੋਇਆ ਇਸ ਦੇ ਉਲਟ, 50 ਲੱਖ ਏਕੜ ਤੋਂ ਰਕਬਾ ਵੱਧ ਕੇ ਥੱਲੇ ਆਉਣ ਦੀ ਬਜਾਏ ਉਹ 65 ਲੱਖ ਏਕੜ ਤੱਕ, ਜਾਂ ਕਹਿ ਦਿਓ 26 ਲੱਖ ਹੈਕਟੇਅਰ ਤੱਕ ਪਹੁੰਚ ਗਿਆ। ਅਤੇ ਹੁਣ ਵੇਖੋ ਵੀ 12 ਲੱਖ ਜਿਹੜੇ ਟਿਊਬਵੈੱਲ ਆ ਉਹ ਪਾਣੀ ਥੱਲਿਓਂ ਖਿੱਚੀ ਜਾਂਦੇ ਆ,
ਤੇ ਸਰਦੀਆਂ ਦੇ ਗਰਮੀਆਂ ਦੇ ਵਿੱਚ ਤਾਂ ਤੁਸੀਂ ਇਹ ਸਮਝ ਲਓ। ਦੂਜਾ ਇਹ ਹੋ ਗਿਆ ਕਿ ਜਿਹੜਾ ਝੋਨੇ ਲਈ ਪਾਣੀ ਕੁਛ ਦਿਨ ਖੜਾ ਰੱਖਣਾ ਪੈਂਦਾ, ਤੇ ਉਹ ਕੱਦੂ ਕਰਕੇ ਇੱਕ ਕਿਸਮ ਨਾਲ ਪੰਜਾਬ ਦੀ ਜ਼ਮੀਨ ਦੇ ਹੇਠ ਲੈਂਟਰ ਲਾਤਾ ਵੀ ਉਦੋਂ ਥੱਲੇ ਪਾਣੀ ਜਾਂਦਾ ਵੀ ਨਹੀਂ, ਤੇ ਧਰਤੀ ਦੇ ਵਿੱਚ ਪਾਣੀ ਰੀਚਾਰਜ ਹੋਣਾ ਘਟ ਗਿਆ ਤੇ ਖਿੱਚਣਾ ਜ਼ਿਆਦਾ ਹੋ ਗਿਆ। ਤੇ ਇਸ ਦੇ ਫਲਸਰੂਪ ਕੀ ਹੋਇਆ ਕਿ ਜਿਹੜਾ ਅੱਜ ਪਾਣੀ ਦਾ ਸਤਹ, ਹੁਣ ਪਿੱਛੇ ਵੀ ਪੜਿਆ ਹੋਣਾ ਭਾਵੇਂ ਪਿਛਲੇ ਸਾਲ ਹੀ 1.5 ਮੀਟਰ ਤੋਂ ਲੈ ਕੇ 2.5 ਮੀਟਰ ਤੱਕ ਥੱਲੇ ਗਿਆ ਪਾਣੀ। ਦੂਜਾ ਇਹਦੇ 'ਚ ਇਹ ਸੀ ਕਿ ਆਪਣੇ ਕਿਸਾਨ ਪਤਾ ਨਹੀਂ ਕਿਉਂ ਉਹਨਾਂ ਨੂੰ ਕਿ ਮਾਰਾਂ ਦੀਆਂ ਸਲਾਹ ਤੋਂ ਉਲਟ ਝੋਨਾ ਪਹਿਲਾਂ ਹੀ ਮਹੀਨਾ ਬੀਜ ਦਿੰਦੇ ਸੀ, ਮਈ ਦੇ ਵਿੱਚ ਹੀ। ਅੱਛਾ, ਉਦੋਂ ਮੌਸਮ ਖੁਸ਼ਕ ਹੁੰਦਾ, ਪਾਣੀ ਉੱਡਦਾ ਜ਼ਿਆਦਾ ਹੈ ਤੇ ਉਹਦਾ ਫਾਇਦਾ ਕੋਈ ਨਹੀਂ ਹੁੰਦਾ। ਫਿਰ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ, ਉਹਦੇ ਨਾਲ ਕੁਝ ਕਿਸਾਨ ਤਾਂ ਜਿਹੜੇ ਸੀਗੇ ਸਮਝ ਗਏ, ਪਰ ਬਾਕੀ ਨਹੀਂ। ਪਿਛਲੇ ਸਾਲ ਤੁਹਾਨੂੰ ਪਤਾ ਵੀ ਪੰਜਾਬ ਸਰਕਾਰ ਨੂੰ ਇਹ ਕਾਨੂੰਨ ਬਣਾਉਣਾ ਪਿਆ ਕਿ 10 ਜੂਨ ਤੋਂ ਪਹਿਲਾਂ ਕੋਈ ਝੋਨਾ ਨਹੀਂ ਲਾ ਸਕਦਾ ਜਿਹੜਾ ਨਹੀਂ ਆ। ਪਿਛਲੇ ਸਾਲ ਇਹਦਾ ਫਾਇਦਾ ਹੋਇਆ, ਪਰ ਇਸ ਵਾਰੀ ਫੇਰ ਗੱਲ ਉੱਥੇ ਹੀ ਆ ਗਈ ਕਿਉਂਕਿ ਮੀਂਹ ਘੱਟ ਪਏ ਤੇ ਪਾਣੀ ਫੇਰ ਥੱਲੇ ਚਲਾ ਗਿਆ। ਇਹ ਜਿਹੜੀ ਪੰਜਾਬ ਦੀ ਐਗਰੀਕਲਚਰ ਨੂੰ ਕੀ ਹੋ ਸਕਦਾ ਦਾ ਭਵਿੱਖ ਕੀ ਹੈ? ਦੇਖੋ ਜੀ, ਜੇ ਤਾਂ ਆਪਾਂ ਨਾ ਸੁਧਰੇ ਫਿਰ ਭਵਿੱਖ ਬਹੁਤ ਖਰਾਬ ਆ। ਮਹਾਰਾਜ ਨੇ ਹੁਣ ਇਹ ਵੀ ਕਰਤਾ ਵੀ ਅਗਲੇ 10 ਸਾਲਾਂ ਦੇ ਵਿੱਚ ਜੇ ਇਵੇਂ ਹੀ ਜਾਂਦਾ ਗਿਆ ਪਾਣੀ 100 ਫੁੱਟ ਤੋਂ ਲੈ ਕੇ 160 ਫੁੱਟ ਤੱਕ ਥੱਲੇ ਚਲੇ ਜਾਣਾ। ਉਹਦਾ ਨਤੀਜਾ ਹੁਣ ਪਹਿਲਾਂ ਕੀ ਹੋਇਆ, ਪਹਿਲਾਂ ਮੋਟਰਾਂ ਪਟੇ ਵਾਲੀਆਂ ਹੁੰਦੀਆਂ ਸੀ, ਫਿਰ ਉਹ ਚੱਲੀਆਂ ਜਿਹੜੇ ਉਹ ਜਦੋਂ ਫੇਲ ਹੋ ਗਈਆਂ, ਟੋਏ ਡੂੰਘੇ ਹੁੰਦੇ ਗਏ, ਟੋਏ ਕੋਈ ਇਸ ਹੱਦ ਤਾਈਂ ਡੂੰਘੇ ਹੋ ਗਏ ਵੀ ਪਟੇ ਵਾਲੀ ਮੋਟਰ ਨਹੀਂ। ਫਿਰ ਉਹ ਜਿਹੜੀ ਕਪਲਿੰਗ ਵਾਲੀ ਆ ਜਿੱਥੇ ਪੱਖਾ ਤੇ ਮੋਟਰ ਨਾਲ ਹੀ ਜੁੜੇ ਹੁੰਦੇ ਆ, ਫਿਰ ਉਹ ਚੱਲੀਆਂ। ਸੋ ਪਹਿਲੀਆਂ ਮੋਟਰਾਂ ਪਹਿਲੇ ਪੱਖੇ ਜੱਟ ਦੇ ਕਵਾੜ 'ਚ ਗਏ। ਫਿਰ ਉਹਨਾਂ ਦਾ ਵੀ ਕੀ ਹੋਇਆ ਕਿ ਵੀ ਹਰ ਤੀਜੇ ਚੌਥੇ ਸਾਲ ਉਹ ਖੂਹੀ ਡੂੰਘੀ ਕਰਨੀ ਪੈਂਦੀ ਸੀ, ਔਰ ਉਹ ਖੂਹੀਆਂ ਡੂੰਘੀਆਂ ਕਰਦੇ ਕਈ ਮਜ਼ਦੂਰ ਵੀ ਮਰੇ, ਕਿਸਾਨ ਵੀ ਮਰੇ, ਤੇ ਹਰ ਤੀਜੇ ਚੌਥੇ ਸਾਲ ਕਿਸਾਨ ਦਾ ਸਮਝ ਲਓ 15-20 ਹਜ਼ਾਰ ਰੁਪਈਆ ਉਹਦੇ ਤੇ ਖਰਚਾ ਆ ਜਾਂਦਾ ਸੀ। ਅਖੀਰ ਤੇ ਹਾਲਾਤ ਇਹ ਹੋ ਗਈ ਵੀ ਜਿਹੜੇ ਉਹ ਕਪਲਿੰਗ ਆਪਣੇ ਜਿਹੜੇ ਸੀਗੇ ਟਿਊਬਵੈੱਲ ਉਹ ਵੀ ਜਵਾਬ ਦੇ ਗਏ। ਫਿਰ ਸਮਰਸੀਬਲ ਮੱਛੀ ਮੋਟਰਾਂ ਆਈਆਂ। ਸਮਰਸੀਬਲ ਮੋਟਰ ਲਈ ਇਹ ਆ ਕਿ ਇੱਕ ਟਿਊਬਵੈੱਲ ਨੂੰ ਸਮਰਸੀਬਲ ਲਾਉਣ ਲਈ ਘੱਟੋ ਘੱਟ ਲੱਖ ਰੁਪਈਆ ਖਰਚਾ ਆ ਜਾਂਦਾ। ਤੇ ਇਸ ਵੇਲੇ ਮੇਰਾ ਖਿਆਲ ਹੈ ਵੀ ਕੋਈ 80-90% ਜਿਹੜੇ ਟਿਊਬਵੈੱਲ ਉਹ ਜਿਹੜੇ ਸਾਰੇ ਸਮਰਸੀਬਲ ਕਰਨੇ ਪਏ ਕਿਸਾਨਾਂ ਨੂੰ। ਤੇ ਹੁਣ ਤੁਸੀਂ ਇਹ ਹਿਸਾਬ ਲਾ ਲਓ ਵੀ ਜੇ 8-9 ਲੱਖ 10 ਲੱਖ ਟਿਊਬਵੈੱਲ ਡੂੰਘਾ ਕਰਨ ਤੇ ਹਰ ਇੱਕ ਟਿਊਬਵੈੱਲ ਤੇ 1 ਲੱਖ ਰੁਪਈਆ ਆ ਗਿਆ ਖਰਚ, ਤੇ 10 ਲੱਖ ਨੂੰ 1 ਲੱਖ ਨਾਲ ਗੁਣਾ ਕਰਕੇ ਕਿੰਨਾ ਪੈਸਾ ਪੰਜਾਬ ਦਾ ਜ਼ਮੀਨ ਦੇ ਵਿੱਚ ਗਿਆ। ਤੇ ਕਿਸਾਨਾਂ ਦਾ ਤੁਹਾਨੂੰ ਪਤਾ ਵੀ ਛੋਟੇ ਕਿਸਾਨ ਆ ਸਾਰੇ, ਜ਼ਿਆਦਾ ਜਿਹੜੇ ਆ ਉਹਨਾਂ ਦੀ ਜ਼ਮੀਨ 5 ਏਕੜ ਤੋਂ ਵੀ ਥੱਲੇ, 10 ਏਕੜ ਤੋਂ ਥੱਲੇ ਆ, ਬਾਹਲਿਆਂ ਦੀ ਤਾਂ 5 ਏਕੜ ਤੋਂ ਵੀ ਥੱਲੇ ਆ, ਤੇ ਉਹ ਉਹਨੇ ਕਰਜ਼ਾ ਲੈ ਕੇ ਕਰਨਾ। ਇਹ ਵੀ ਇੱਕ ਕਾਰਨ ਹੈ ਕਿ ਕਿਸਾਨ ਜਿਹੜਾ ਉਹ ਕਰਜ਼ੇ ਦੇ ਥੱਲੇ ਦੱਬਿਆ ਗਿਆ। ਹਾਂਜੀ, ਇਹ ਉਹਦੀ ਮਾਲੀ ਹਾਲਤ ਮਾੜੀ ਹੋ ਗਈ। ਉਸ ਦੀ ਮਾਲੀ ਹਾਲਤ ਮਾੜੀ ਹੋਣ ਨਾਲ ਬਹੁਤ ਜਿਹੜੀਆਂ ਸਮਾਜਿਕ ਟੈਨਸ਼ਨਾਂ ਜਿਹੜੀ ਅੱਜ ਆ ਜਿਹੜੀ ਉਹ ਆਤਮ ਘਾਤ ਜਾਂ ਖੁਦਕਸ਼ੀਆਂ ਕਰ ਰਹੇ ਆ, ਗੱਲ ਕਿਸੇ ਤੋਂ ਬੁੱਝੀ ਹੈ ਨਹੀਂ। ਇਹ ਇੱਕ ਬੜਾ ਭੈੜਾ ਅਸਰ ਜੋ ਪੰਜਾਬ ਹੋਇਆ। ਤੇ ਦੂਜੀ ਗੱਲ ਇਹ ਆ ਵੀ ਜੇ ਹੁਣ ਇਹ ਹੈ ਵੀ ਜੇ ਪਾਣੀ 160 ਫੁੱਟ ਜਿਵੇਂ ਆਪਾਂ ਕਹਿੰਦੇ ਆ ਵੀ ਇਦੋਂ ਵੀ ਥੱਲੇ ਚਲਾ ਗਿਆ ਤਾਂ ਕੀ ਹੋਣਾ? ਜਿਨ੍ਹਾਂ ਨੇ ਪਹਿਲਾਂ ਸਮਰਸੀਬਲ ਮੋਟਰਾਂ ਲਾਈਆਂ ਸੀ ਇਸ ਖਿਆਲ ਨਾਲ ਕਿ ਵੀ 150 ਫੁੱਟ ਤੱਕ ਡੂੰਘੀ ਕੀਤੀ ਸੀ, ਉਹ ਸਮਰਸੀਬਲ ਵੀ ਫੇਲ ਹੋਣਗੀਆਂ, ਉਹਨਾਂ ਨੂੰ ਫੇਰ ਹੋਰ ਲਾਉਣੀ ਪੈਣੀ ਹੈ। ਨੰਬਰ 2 ਇਹਦਾ ਇਹ ਹੈ ਕਿ ਜਿਹੜੀ ਬਿਜਲੀ ਦੀ ਖਪਤ ਉਹ ਵੱਧ ਗਈ। ਜਿੱਥੇ ਪਹਿਲਾਂ 3 ਦੀ ਮੋਟਰ ਪਾਣੀ ਖਿੱਚੀ ਜਾਂਦੀ ਸੀ, ਜਦੋਂ ਉਹ ਡੂੰਘਾ ਕਰਤਾ ਉਹ 5 ਦੀ ਲੋੜ ਪੈ ਗਈ। ਜਦੋਂ ਉਦੋਂ ਹੋਰ ਡੂੰਘਾ ਕੀਤਾ ਉਹ 7.5 ਹਾਰਸ ਪਾਵਰ ਦੀ ਲੋੜ ਪੈ ਗਈ। ਸਮਝ ਲਓ 3 ਡੂਢਾ ਆਪਣੇ ਵੇਖ ਲਓ ਸਾਡੇ ਇੰਨੀ ਤਾਂ ਹੋ ਗਈ ਬਿਜਲੀ ਦੀ ਲੋੜ। ਤਾਂ ਇਹੀ ਕਾਰਨ ਹੈ ਵੀ ਸਾਡੇ ਅੱਜ ਪੰਜਾਬ ਉੱਥੇ ਬਿਜਲੀ ਨਹੀਂ ਮਿਲਦੀ, ਤੇ ਜੇ ਬਿਜਲੀ ਨਾ ਮਿਲੀ ਇਹਦਾ ਵੀ ਕੰਮ ਤੇ ਤੁਹਾਨੂੰ ਪਤਾ ਹੀ ਹੈ। ਤੇ ਸਰੂਪ ਜਿਹੜਾ ਹੈ ਕੀ ਤੁਸੀਂ ਸਮਝਦੇ ਕੀ ਹੋ ਸਕਦਾ? ਦੇਖੋ ਜੀ, ਇੱਕ ਤਾਂ ਇਹ ਹੈ ਸਿੱਧਾ ਹੀ ਜੋ ਸਾਫ਼ ਲਫ਼ਜ਼ਾਂ ਦੇ ਵਿੱਚ ਮੈਂ ਆਪਣਾ ਪੰਜਾਬ ਇੱਕ ਮਾਰੂਥਲ ਬਣ ਜਾਊ। ਜਦੋਂ ਪਾਣੀ ਨਾ ਹੋਇਆ, ਜਿੰਨਾ ਜਿਹੜਾ ਹੋਇਆ ਉਹ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਜਾਣਾ। ਉਹਦੇ ਕੋਲ ਇੰਨਾ ਪੈਸਾ ਹੀ ਨਹੀਂ ਹੋਣਾ ਵੀ ਉਹਨੂੰ ਹੋਰ ਡੂੰਘੀ ਕਰੇ, ਖਿੱਚਣਾ ਜਿਹੜਾ ਆ ਬਹੁਤ ਕੀ। ਤੇ ਦੂਜੀ ਗੱਲ ਹੈ ਜੇ ਲਾ ਵੀ ਦਿੱਤੀਆਂ ਤੇ ਉਹਨੇ ਬਿਜਲੀ ਨਹੀਂ ਮਿਲਣੀ।
ਵੀ ਉਹ ਪਾਣੀ ਨੂੰ ਅਸੀਂ ਸਾਰੀਆਂ ਫਸਲਾਂ ਨੂੰ ਦੇ ਸਕੀਏ। ਤੇ ਦੂਜੀ ਗੱਲ ਹੈ, ਜਦੋਂ ਜਿਹੜੀ ਬਿਜਲੀ ਜੋ ਖੇਤੀ ਵੱਲ ਆ ਜੂ ਸਾਰੀ, ਪੰਜਾਬ ਦੇ ਜਿਹੜੇ ਕਾਰਖਾਨਿਆਂ ਉੱਤੇ, ਇੰਡਸਟਰੀ ਦੇ ਉੱਤੇ ਫਰਕ ਪੈਣਾ। ਤੇ ਜੇ ਇੰਡਸਟਰੀ ਪੰਜਾਬ ਦੇ ਵਿੱਚ ਨਹੀਂ ਹੁੰਦੀ ਤੇ ਜਿਹੜੀ ਆਬਾਦੀ ਹੁਣ ਖੇਤੀ ਤੇ ਨਿਰਭਰ ਹੈ, ਉਹ ਖੇਤੀ ਤੋਂ ਹਟ ਕੇ ਦੂਜੇ ਕਿੱਤਿਆਂ ਵੱਲ ਨਹੀਂ ਜਾਂਦੀ ਤੇ ਉਹ ਖੇਤੀ ਉਹਨਾਂ ਦਾ ਢਿੱਡ ਨਹੀਂ ਭਰ ਸਕਦੀ। ਕਿਉਂਕਿ ਦੁਨੀਆ ਦੇ ਵਿੱਚ ਡਿਵੈਲਪਮੈਂਟ ਦਾ ਇਹ ਇੱਕ ਕੁਦਰਤੀ ਪ੍ਰੋਸੈਸ ਹੈ ਕਿ ਪਹਿਲਾਂ ਤਾਂ ਅਸੀਂ ਪਰ ਹੈਕਟੇਅਰ ਜਾਣੀ ਰਕਬਾ ਜ਼ਮੀਨ ਦੇ ਵਿੱਚੋਂ ਜਾਣੀ ਪਰ ਏਕੜ ਜਾਂ ਪਰ ਯੂਨਿਟ ਆਫ ਲੈਂਡ ਪੈਦਾਵਾਰ ਵਧਾਈਏ, ਫਿਰ ਅਸੀਂ ਪਰ ਯੂਨਿਟ ਆਫ ਟਾਈਮ ਪੈਦਾਵਾਰ ਵਧਾਈਏ। ਤੇ ਇਸ ਵੇਲੇ ਪੰਜਾਬ ਦੇ ਵਿੱਚ, ਪੰਜਾਬ ਮੇਰਾ ਖਿਆਲ ਹੈ ਇੰਨੀ ਪੈਦਾਵਾਰ ਅਨਾਜ ਦੁਨੀਆ ਦੇ ਕਿਸੇ ਹਿੱਸੇ 'ਚ ਨਹੀਂ ਪੈਦਾ ਹੁੰਦਾ ਕਿ 1 ਏਕੜ ਦੇ ਵਿੱਚੋਂ 100 ਮਣ ਅਨਾਜ ਸਾਲ ਦੇ ਵਿੱਚ। ਇਹ ਠੀਕ ਆ ਕਿ ਕਈਆਂ ਦੇ ਵਿੱਚ ਝਾੜ ਜ਼ਿਆਦਾ ਹੋਊ ਇੱਕ ਫਸਲ ਦਾ, ਪਰ ਉੱਥੇ ਫਸਲ ਇੱਕ ਹੁੰਦੀ ਹੈ। 1 ਸਾਲ ਦੇ ਵਿੱਚ 100 ਮਣ ਅਨਾਜ 1 ਏਕੜ ਦੇ ਵਿੱਚੋਂ ਕੱਢਣਾ ਜਾਂ 1 ਹੈਕਟੇਅਰ ਦੇ ਵਿੱਚੋਂ 100 ਕੁਇੰਟਲ ਕੱਢਣਾ, ਉਹ ਪੰਜਾਬ 'ਚ ਆ। ਤੇ ਜੇ ਹੁਣ ਅਗਲੀ ਗੱਲ ਆ ਵੀ ਫਿਰ ਇਹਨੂੰ ਕਿੰਨੇ ਬੰਦੇ ਕੱਢਦੇ? ਜੇ ਹੁਣ 70 ਬੰਦੇ ਕੱਢਣਗੇ 100 ਚੋਂ, ਤੇ ਇਹ ਕੋਈ ਐਡਾ ਲਾਹੇਵੰਦ ਤਰੀਕਾ ਨਹੀਂ। ਉਹ ਜਿਹੜੀ ਖੇਤੀ 'ਚ ਆਬਾਦੀ ਘਟੇ, ਹੁਣ ਜਿਹੜੇ ਅਗਾਂਹ ਵਧੂ ਮੁਲਕ ਆ ਉੱਥੇ ਕਿਤੇ ਅਮਰੀਕਾ ਦੇ ਵਿੱਚ ਵੀ 70-80% ਆਬਾਦੀ ਖੇਤੀ 'ਤੇ ਨਿਰਭਰ ਸੀ, ਪਰ ਅੱਜ ਇੱਥੇ 2-2.5% ਹੈ, ਪੈਦਾ ਉਨਾ ਹੀ ਕਰੀ ਜਾਂਦੇ ਆ। ਪਰ ਉਹ ਤਾਂ ਹੀ ਸੰਭਵ ਹੋਇਆ ਕਿ ਉੱਥੇ ਜਿਹੜੇ ਰੁਜ਼ਗਾਰ ਦੇ ਸਾਧਨ ਗੈਰ ਖੇਤੀ ਧੰਦਿਆਂ 'ਚ ਵਧੇ। ਤੇ ਜੇ ਗੈਰ ਖੇਤੀ ਧੰਦਿਆਂ 'ਚ ਸਾਨੂੰ ਜਿਹੜੀ ਐਨਰਜੀ ਦੀ ਲੋੜ ਉਹ ਖੇਤੀ 'ਚ ਪੂਰੀ ਹੋਈ ਜਾਣੀ ਹੈ, ਗੈਰ ਖੇਤੀ ਧੰਦੇ ਤਾਂ ਵਧਣਗੇ ਨਹੀਂ ਤੇ ਉਹਨਾਂ ਦੇ ਵਿੱਚ ਨੌਜਵਾਨ ਜਾਣਗੇ ਨਹੀਂ। ਤੇ ਜੇ ਉੱਥੇ ਹੀ ਰਹਿਣਗੇ ਤੇ ਜੇ ਹੁਣ ਇੱਕ ਜੱਟ ਦੇ 3 ਪੁੱਤ ਆ, ਉਹ 1.5 ਕਿੱਲੇ ਦੇ ਉੱਤੇ ਆ, ਉੱਥੇ ਆਪੋ ਵਿੱਚ ਹੀ ਕੱਟੀ ਵੱਡੀ ਹੋਈ ਜਾਣਗੇ। ਹੋਰ ਕੀ ਹੋਣਾ? ਸੋਸ਼ਲ ਟੈਂਸ਼ਨਸ ਹੋਣਗੀਆਂ। ਸਟੇਟ ਲੈਵਲ ਤੇ ਜਾਂ ਕੋਈ ਗਵਰਨਮੈਂਟ ਆਪਣੀ ਸੈਂਟਰਲ ਗਵਰਨਮੈਂਟ ਨੂੰ ਕੀ ਕੁਛ ਐਕਸ਼ਨ ਵੀ ਲਿਆ ਜਾ ਰਿਹਾ ਜਾਂ ਕਿ ਸੁੱਤੇ ਪਏ ਲੋਕ? ਦੇਖੋ ਜੀ, ਗੱਲ ਇਹ ਹੈ ਵੀ ਇੱਕ ਤਾਂ ਹੈ ਵੀ ਉਹਨਾਂ ਨੂੰ ਸਮਝਾਇਆ ਜਾਵੇ। ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪਿਛਲੇ ਮੇਰਾ ਖਿਆਲ 3 ਦਹਾਕਿਆਂ ਤੋਂ ਇਹ ਕਾਫੀ ਜ਼ੋਰ ਲਾ ਰਹੀ ਹੈ। 2005 ਦੇ ਵਿੱਚ ਇੱਕ ਮੁਹਿੰਮ ਚਲਾਈ ਸੀ ਪਾਣੀ ਬਚਾਓ। ਉਹ ਮੁਹਿੰਮ ਦੇ ਮੁਤਾਬਕ ਕੋਈ 15-16 ਹਜ਼ਾਰ ਪੋਸਟਰ ਬਣਾ ਕੇ ਥਾਂ ਪਿੰਡਾਂ ਦੀਆਂ ਸੁਸਾਇਟੀਆਂ ਦੇ ਵਿੱਚ, ਬੱਸ ਅੱਡਿਆਂ ਦੇ ਉੱਤੇ, ਈਵਨ ਇੱਥੋਂ ਤੱਕ ਕਿ ਬੱਸਾਂ ਦੇ ਮਗਰ ਵੀ ਲਾਏ ਤਾਂ ਜੋ ਉਹ ਤੁਰੀ ਫਿਰਦਾ ਸੁਨੇਹਾ ਦੇਵੇ। ਇਸ ਤਰ੍ਹਾਂ ਇਹ ਸਾਰੀ ਗੱਲ ਦਾ ਜਿਹੜਾ ਕਿਤਾਬਚਾ, ਜੋ ਵੀ ਖਤਰੇ ਆ ਪਾਣੀ ਨਾ ਪੂਰਾ ਹੋਣ ਦੇ, ਇਹ ਇੱਕ ਛੋਟਾ ਜਿਹਾ ਕਿਤਾਬਚਾ ਬਣਾ ਕੇ 15-20 ਸਫ਼ੇ ਦਾ, ਉਹਦੀਆਂ ਵੀ ਕਾਪੀਆਂ ਅਸੀਂ ਵੰਡੀਆਂ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਜਿੱਥੇ ਕਿਸਾਨ ਜਾਂਦੇ ਆ, ਪੰਚਾਇਤਾਂ ਦੇ ਵਿੱਚ, ਮੀਡੀਆ ਨੂੰ ਵੀ ਦਿੱਤੀਆਂ ਤੇ ਉਹਦੇ ਨਾਲ ਕੰਮ ਚੱਲਦਾ ਗਿਆ। ਪਰ ਕਿਸਾਨ ਦੀ ਮਜਬੂਰੀ ਸੀ, ਉਹ ਮਜਬੂਰੀ ਕਈ ਟੈਕਨੀਕਲ ਗੱਲਾਂ ਵੀ ਹੈ ਤੇ ਉਹਦੇ 'ਚ ਇਹੀ ਕਿਹਾ ਵੀ ਇੱਕ ਤਾਂ ਤੁਸੀਂ ਆਪਾਂ ਘੱਟੋ ਘੱਟ ਜੇ ਝੋਨਾ ਘਟਾ ਨਹੀਂ ਸਕਦੇ ਤੇ ਇਸ ਨੂੰ ਸਮੇਂ ਸਿਰ ਤਾਂ ਬੀਜਣ ਲੱਗ ਜੀਏ। ਸੋ ਸਰਕਾਰ ਦੇ ਵੀ ਹੁਣ ਪਹਿਲਾਂ ਬਹੁਤ ਕਹਿੰਦੇ ਰਹੇ, ਪਰ ਸਰਕਾਰ ਨੇ ਪਿਛਲੇ ਸਾਲ ਤੋਂ ਇਹ ਕਰਤਾ ਕਿ 10 ਜੂਨ ਤੋਂ ਪਹਿਲਾਂ ਝੋਨਾ ਨਾ ਬੀਜੇ, ਜਿਹੜਾ ਪਾਣੀ ਆਪਾਂ ਵੈਸੇ ਜਾਈ ਜਾਣਾ ਉਹ ਤਾਂ ਜਾਵੇ। ਫਿਰ ਅਸੀਂ ਉਦੋਂ ਇੱਕ ਹੋਰ ਸਕੀਮ ਬਣਾਈ ਵੀ ਜੇ ਅਸੀਂ ਮੰਨ ਲਿਆ ਵੀ ਇਹ ਫਸਲਾਂ ਜਿਹੜੀਆਂ ਦਾਲਾਂ ਜਾਂ ਹੋਰ ਆ ਇਹ ਉਹਨੇ ਪੈਸੇ ਨਹੀਂ ਦਿੰਦੀਆਂ, ਪਰ ਇੱਕ ਤਾਂ ਗੱਲ ਇਹ ਮੰਨਣ ਵਾਲੀ ਹੈ ਨਾ ਵੀ ਪੰਜਾਬ ਦੀ ਜ਼ਮੀਨ, ਪੰਜਾਬ ਦਾ ਜਲਵਾਯੂ ਇਹੋ ਜਿਹਾ ਵੀ ਉੱਥੇ ਜਿਹੜੀ ਰਸੋਈ ਆ ਉਹਦੀ ਸਾਰੀਆਂ ਲੋੜਾਂ ਖੇਤ 'ਚੋਂ ਪੈਦਾ ਹੋ ਸਕਦੀਆਂ। ਪਰ ਕਿਸਾਨ ਅੱਜ ਕੀ ਆ ਵੀ ਉਹ ਦਾਲਾਂ ਵੀ 70-80 ਰੁਪਏ ਕਿਲੋ ਖਰੀਦਦਾ, ਸਬਜ਼ੀ ਵੀ ਲੈ ਗੰਢੇ, ਪਿਆਜ਼, ਲਸਣ, ਮਿਰਚਾਂ ਸਭ ਕੁਛ ਉਹ ਵੀ ਮੁੱਲ ਖਰੀਦਦਾ ਮਹਿੰਗੇ ਭਾਅ, ਤੇ ਬਾਹਰੋਂ ਜਾਣੀ ਦੂਜੇ ਸੂਬਿਆਂ ਤੋਂ ਆ ਕੇ ਦਾਲਾਂ ਪੰਜਾਬ 'ਚ ਵਿਕਦੀਆਂ। ਸੋ ਅਸੀਂ ਇੱਕ ਇਹ ਸਕੀਮ ਉਸ ਵੇਲੇ ਚੱਲੀ ਕਿ ਇੱਕ ਨਿਊਟ੍ਰੀਸ਼ਨ ਗਾਰਡਨ ਹੋਵੇ। ਉਹ ਇਹ ਕਿ ਘੱਟੋ ਘੱਟ ਹਰ ਇੱਕ ਕਿਸਾਨ 3 ਕਨਾਲ ਦਾ ਏਰੀਆ ਜਾਣੀ ਰਿਜ਼ਰਵ ਕਰ ਲਵੇ ਆਪਣੀ ਘਰ ਦੀ ਲੋੜ ਖਾਤਰ, ਵੀ ਉਹਨੂੰ ਸ਼ਹਿਰ ਤੋਂ ਤਾਂ ਸੌਦੇ ਦੀ ਗਠੜੀ ਚੱਕ ਕੇ ਨਾ ਆਉਣਾ ਪਵੇ। ਤੇ ਉਹ ਇਹ ਨਾ ਸਮਝੇ ਕਿ ਵੀ ਮੇਰੀ ਦਾਲ ਮੇਰੀ ਮੂੰਗੀ 2000 ਨੂੰ ਹੀ ਵਿਕਦੀ ਹੈ, ਉਹ ਇਹ ਸਮਝੋ ਵੀ ਜਿਹੜੀ ਮੈਂ 60 ਰੁਪਏ ਨੂੰ ਲੈਂਦਾ ਸੀਗਾ ਮੇਰਾ ਉਹ ਜੇਬ 'ਚ ਤਾਂ ਪੈਸੇ ਰਹਿ ਗਏ। ਉਹ 3 ਕਨਾਲ ਦੇ ਵਿੱਚ 2 ਕਨਾਲ ਦਾ ਰਕਬਾ ਦਾ ਰਾਖਵਾਂ ਰੱਖ ਲਿਆ ਆਪਣੀਆਂ ਦਾਲਾਂ ਲਈ, 1 ਕਨਾਲ ਸਬਜ਼ੀ ਲਈ, ਇੱਕ ਪਾਸੇ 5 ਫਲਾਂ ਦੇ ਬੂਟੇ ਲਾ ਦੇਵੇ ਤੇ ਪਾਸੇ ਜਿਹੜੀ ਉਹਦੇ ਵਾਰਡ ਫੁੱਲਾਂ ਵਾਲੇ ਜਾਂ ਜਿਹੜੀ ਆ ਉਹ ਕਰ ਲਵੇ ਤੇ ਉਹ ਇੱਕ ਘਰ ਬਗੀਚੀ ਬਣ ਜਾਵੇ। ਇਹ ਕਾਫੀ ਕਿਸਾਨਾਂ ਨੇ ਇਸ ਨੂੰ ਹੁੰਗਾਰਾ ਵੀ ਦਿੱਤਾ
ਇਹ ਸਰ ਰਤਨ ਟਾਟਾ ਟਰਸਟ ਜਿਹੜੀ ਕਿ ਖੇਤੀਬਾੜੀ ਦੇ ਖੋਜ ਲਈ, ਪਾਣੀ ਬਚਾਉਣ ਲਈ ਕਾਫੀ ਮਦਦ ਕਰਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਵੀ ਉਹਨਾਂ ਨੇ ਪਿਛਲੇ ਸਾਲਾਂ ਦੇ ਵਿੱਚ ਕੋਈ ਕਾਫੀ ਪੈਸੇ ਦਿੱਤੇ। ਉਹਨਾਂ ਨੇ ਵੀ ਇਹ ਕਨਸੈਪਟ ਨੂੰ ਅਪਣਾਇਆ ਅਤੇ ਇਹਦੇ ਲਈ ਉਹਨਾਂ ਨੇ ਮਾਲੀ ਮਦਦ ਵੀ ਦਿੱਤੀ ਯੂਨੀਵਰਸਿਟੀ ਨੂੰ ਕਿ ਤੁਸੀਂ ਇਸ ਨੂੰ ਖੇਤਾਂ ਦੇ ਵਿੱਚ ਲੋਕਾਂ ਦੇ ਕਰਨ ਲਈ ਕਰੋ। ਅਤੇ ਘੱਟੋ ਘੱਟ ਇੰਨਾ ਤਾਂ ਕਰ ਦਈਏ ਜੇ ਆਪਣਾ ਹਰ ਇੱਕ ਕਿਸਾਨ 3 ਕਨਾਲ ਦਾ ਏਰੀਆ ਵੀ ਕਰ ਲਏ। 11-12 ਲੱਖ ਹੋਲਡਿੰਗ ਹੈਗੇ ਆਪਣੇ 10 ਲੱਗਿਆ ਅਤੇ 33 ਲੱਖ ਕਨਾਲਾਂ ਜਿਹਨੂੰ ਕਹਿ ਲਓ, ਜਾਂ 3-4 ਲੱਖ ਏਕੜ ਤਾਂ 4 ਲੱਖ ਏਕੜ ਤਾਂ ਅਸੀਂ ਝੋਨੇ ਤੋਂ ਪਾਸੇ ਕਰ ਹੀ ਸਕਦੇ ਹਾਂ ਨਾ, ਬਿਨਾਂ ਕਿਸੇ ਸਰਕਾਰੀ ਮਦਦ ਦੇ। ਸੋ ਇੱਕ ਤਾਂ ਇਹ ਹੋਵੇ ਅਤੇ ਇਹ ਸਰਕਾਰ ਨੇ ਦੂਜਾ ਜਿਹੜਾ ਸਟੈਪ ਇਹ ਵੀ ਲੈ ਲਿਆ ਵੀ ਝੋਨਾ ਆਪਾਂ ਅਗੇਤਾ ਨਾ ਬੀਜੀਏ, ਇੱਕ ਇਹ ਵੀ ਹੋ ਰਿਹਾ। ਅਤੇ ਦੂਜਾ ਤੁਹਾਨੂੰ ਮੈਂ ਇਹ ਵੀ ਦੱਸਾਂ ਕਿ ਆਮ ਲੋਕਾਂ ਨੂੰ ਹਾਲੇ ਨਹੀਂ ਪਤਾ, ਅੱਜ ਤੋਂ ਕੋਈ 2000 ਮੇਰਾ ਖਿਆਲ ਆ 6-7 ਸਾਲ ਪਹਿਲਾਂ ਸੈਂਟਰਲ ਗਰਾਊਂਡ ਵਾਟਰ ਅਥਾਰਟੀ ਉਹਨਾਂ ਨੇ ਕੁਛ 5 ਬਲਾਕ ਉਸ ਵੇਲੇ ਚੁਣੇ ਸੀ, ਹੁਣ ਤਾਂ ਪਤਾ ਨਹੀਂ ਕਿੰਨੇ ਹੋਣਗੇ, ਕਿ ਵੀ ਇਹਨਾਂ 5 ਬਲਾਕਾਂ ਦੇ ਵਿੱਚ ਕੋਈ ਵੀ ਨਵਾਂ ਟਿਊਬਵੈੱਲ ਨਹੀਂ ਲੱਗ ਸਕਦਾ। ਜਿਹੜੇ ਪਹਿਲੇ ਟਿਊਬਵੈੱਲ ਵੀ ਰਜਿਸਟਰ ਕਰਾਉਣੇ ਪੈਣਗੇ, ਅਤੇ ਜੇ ਕੋਈ ਨਵਾਂ ਟਿਊਬਵੈੱਲ ਜਿਹੜਾ ਹੋਇਆ ਉਹਦੇ ਮੁਤਾਬਕ ਇਹ ਆ ਵੀ ਉਹਦੀ ਜਿਹੜਾ ਵੀ ਜਿੰਨਾ ਟਿਊਬਵੈੱਲ ਲਾਉਣ ਵਾਲਾ ਜਿਹੜਾ ਉਹ ਮਸ਼ੀਨ ਹੈਗੀ ਆ ਉਹ ਸਾਰਾ ਜ਼ਬਤ ਹੋ ਜੂ। ਪਰ ਉਹ ਪਤਾ ਨਹੀਂ ਕਿਉਂ ਲਾਗੂ ਨਹੀਂ ਹੋ ਸਕਿਆ। ਕਿਸਾਨਾਂ ਨੂੰ ਜਿਹੜੀ ਬਿਜਲੀ ਮੁਫਤ ਮਿਲਦੀ ਹੈ ਉਹਦਾ ਕੀ ਇਹਦੇ ਤੇ ਇਫੈਕਟ ਹੈ? ਉਹਦਾ ਇਫੈਕਟ ਪਾਣੀ ਦੇ ਥੱਲੇ ਜਾਣ 'ਤੇ ਬਹੁਤ ਹੈ ਜੀ। ਉਹਦਾ ਇੱਕ ਕਿਸਮ ਦਾ ਮੈਂ ਕਹਿੰਦਾ ਵੀ ਕਿਸਾਨ ਜਿਹੜਾ ਪੰਜਾਬ ਲੁੱਟਿਆ ਜਾ ਰਿਹਾ, ਪੰਜਾਬ ਦਾ ਪਾਣੀ ਉਹ ਕਿਉਂਕਿ ਕਿਸਾਨ ਇੱਕ ਆਟੋਮੈਟਿਕ ਸਟੇਬਲਾਈਜ਼ਰ ਉਹ ਲੱਗ ਗਏ ਆ ਸਟਾਰਟਰ, ਉਹ ਕਿਸਾਨ ਨੂੰ ਫਿਕਰ ਨਹੀਂ ਕਿਹੜਾ ਕੋਈ ਬਿੱਲ ਦੇਣਾ, ਅਤੇ ਉਹ ਰਾਤ ਨੂੰ 1 ਕਿੱਲੇ ਦਾ ਨਹੀਂ 5-5 6-6 ਕਿੱਲਿਆਂ ਨੂੰ ਇਕੱਠੇ ਹੀ ਨੱਕੇ ਖੋਹ ਲਿਆਉਂਦੇ ਆ ਵੀ ਜਦੋਂ ਬਿਜਲੀ ਆਵੇ ਚੱਲੀ ਜਾਂਦੀ ਹੈ। ਅਤੇ ਉਹਦਾ ਬਹੁਤ ਮਾੜਾ ਅਸਰ ਹੈ। ਅਤੇ ਇਹ ਸਬਸਿਡੀ ਠੀਕ ਹੈ ਦੇਣੀ ਬਣਦੀ ਹੈ, ਪਰ ਇਹ ਨਹੀਂ ਵੀ ਜਮਾ ਹੀ ਮੁਫਤ ਹੋਵੇ। ਮੈਂ ਤਾਂ ਇੱਥੋਂ ਤਾਈਂ ਵੀ ਕਹੂੰਗਾ ਵੀ ਸਪਲਾਈ ਮੀਟਰਨੀ ਚਾਹੀਦੀ ਯੂਨਿਟਾਂ ਦੀ, ਤਾਂ ਜੋ ਉਹਨੂੰ ਪਤਾ ਲੱਗੇ ਵੀ ਮੈਂ ਇਸ ਨੂੰ ਜਿਵੇਂ ਪਹਿਲਾਂ ਜੱਟ ਬੈਠਾ ਨੱਕੇ ਮੋੜਦਾ ਹੁੰਦਾ ਸੀ ਖੂਹਾਂ ਵੇਲੇ, ਵੀ ਉਹ ਮੋੜੇ ਵੀ ਇੱਕ ਉਹਨੂੰ ਪਤਾ ਲੱਗੇ ਵੀ ਜੇ ਘੰਟਾ ਵੀ ਜ਼ਿਆਦਾ ਚੱਲ ਗਈ ਤਾਂ ਕਿੰਨੀਆਂ ਯੂਨਿਟਾਂ ਮਚਣਗੀਆਂ ਅਤੇ ਮੈਨੂੰ ਪੈਸੇ ਹੋਰ ਦੇਣੇ ਪੈਣਗੇ, ਅਤੇ ਫਿਰ ਆਪੇ ਉਹ ਪਾਣੀ ਸੰਜਮ ਨਾਲ ਵਰਤਣਗੇ। ਦੂਜੀ ਗੱਲ ਇਹ ਵੀ ਇਕੱਲਾ ਇਹਦੇ ਲਈ ਕਿਸਾਨ ਵੀ ਜ਼ਿੰਮੇਵਾਰ ਨਹੀਂ, ਸ਼ਹਿਰੀ ਆਬਾਦੀ ਵੀ ਜਿਹੜੀ ਪਾਣੀ ਨੂੰ ਐ ਬੇਤਹਾਸ਼ਾ ਵਰਤਦੀ ਹੈ। ਹੁਣ ਤੁਸੀਂ ਦੇਖੋਗੇ ਵੀ ਉੱਧਰੋਂ ਬੁਰਸ਼ ਕਰਦੇ ਹੁੰਦੇ ਆ, 2 ਮਿੰਟ ਬੁਰਸ਼ ਕਰੀ ਜਾਣਾ, ਟੂਟੀ ਚੱਲਦੀ ਰਹਿੰਦੀ ਹੈ, ਵੀ ਉਹਨਾਂ ਚਿਰ ਬੰਦ ਨਹੀਂ ਕਰ ਸਕਦੇ, ਕੋਈ ਨਹੀਂ ਕਰਦਾ। ਨਹਾਉਣਾ ਜਿੰਨਾ ਚਿਰ ਬਾਥਰੂਮ 'ਚ ਟੂਟੀ ਖੁੱਲ੍ਹੀ ਹੈ, 10 ਮਿੰਟ ਅੰਦਰ ਰਹਿਣਾ, 15 ਰਹਿਣਾ, 20 ਰਹਿਣਾ, ਉਹ ਚੱਲੀ ਹੀ ਜਾਣੀ ਹੈ। ਇਹ ਨਹੀਂ ਵੀ ਬਾਲਟੀ ਭਰ ਕੇ ਆਪਾਂ ਜਦੋਂ ਮੁੱਕ ਗਈ ਫੇਰ ਭਰ ਲਓ। ਜਦੋਂ ਹੱਥ ਨਾਲ ਨਲਕੇ ਗੇੜਦੇ ਸੀਗੇ ਉਦੋਂ ਭਰਦਾ ਹੀ ਸੀ, ਪਤਾ ਸੀਗਾ। ਹਾਂਜੀ, ਹਾਂ। ਇਹਦਾ ਮਤਲਬ ਇਹ ਆ ਵੀ ਕੰਜ਼ਰਵੇਸ਼ਨ ਇਹ ਜਿਹੜੀ ਆ ਇਹਦੇ ਵਿੱਚ ਇੱਕ ਟੀਚਿੰਗ ਦੇਣੀ ਆ ਵੀ ਕੰਜ਼ਰਵੇਸ਼ਨ ਕਿੱਦਾਂ ਕਰਨੀ। ਹਾਂਜੀ, ਇੱਕ ਤਾਂ ਕੰਜ਼ਰਵੇਸ਼ਨ, ਦੂਜੀ ਰੀਚਾਰਜਿੰਗ। ਪਾਣੀ ਨੂੰ ਵੱਧ ਤੋਂ ਵੱਧ ਧਰਤੀ ਦੇ ਵਿੱਚ ਲਗਾਇਆ ਜਾਵੇ। ਹੁਣ ਇਹ ਇੱਕ ਡਿਜ਼ਾਈਨ ਬਣ ਗਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇੰਜੀਨੀਅਰਸ ਨੇ ਬਣਾਤਾ ਵੀ ਜਿਹੜਾ ਛੱਤ ਦਾ ਪਾਣੀ ਹੈ ਮੀਂਹ ਦਾ, ਅਤੇ ਘੱਟੋ ਘੱਟ ਵਿਹੜੇ ਦਾ ਮੀਂਹ ਦਾ ਪਾਣੀ ਬਿਲਕੁਲ ਸਾਫ਼ ਹੁੰਦਾ, ਇੱਕ ਕਿਸਮ ਨਾਲ ਡਿਸਟਿਲ ਹੋ ਕੇ ਗਿਆ ਹੁੰਦਾ ਨਾ, ਅਤੇ ਉਹ ਜੇ ਆਪਾਂ ਧਰਤੀ 'ਚ ਰੀਚਾਰਜ ਕਰੀ ਚੱਲੀਏ ਤਾਂ ਉਹਦੇ ਨਾਲ ਵੀ ਬਹੁਤ ਫਰਕ ਪੈ ਸਕਦਾ। ਸੋ ਹੁਣ ਆਪਾਂ ਇੱਕ ਇਹ ਵੀ ਦੱਸਣਾ ਆਮ ਲੋਕਾਂ ਨੂੰ ਵੀ ਜੇ ਤੁਸੀਂ ਜਿੱਥੇ 15-20 ਲੱਖ ਤਾਈਂ ਕੋਠੀ ਸਾਰੀ 'ਤੇ ਖਰਚ ਦਿੰਦੇ ਆ, 20-25 ਹਜ਼ਾਰ ਹੋਰ ਖਰਚ ਕੇ ਅਤੇ ਘੱਟੋ ਘੱਟ ਉਹ ਰੀਚਾਰਜਿੰਗ ਵਾਲਾ ਤਾਂ ਸਿਸਟਮ ਬਣਾ ਲਓ ਵੀ ਜਿਹੜਾ ਕੋਠੇ ਦਾ ਪਾਣੀ ਹੈ ਦੂਜਾ ਇੱਕ ਤਾਂ ਪਿੰਡਾਂ 'ਚ ਚਿੱਕੜ ਨਾ ਕਰੂ ਜਾਂ ਹੋਰ ਨਾ ਕਰੂਗਾ। ਦੂਜਾ ਇਹ ਵੀ ਹੈ ਵੀ ਇਹ ਵੀ ਕਿਸਾਨ ਨੂੰ ਸ਼ਹਿਰਾਂ ਦੇ ਵਿੱਚ ਮੈਂ ਕਹਿੰਦਾ ਵੀ ਇਹ ਕਾਨੂੰਨ ਇਹ ਵੀ ਬਣਾ ਦੇਣਾ ਚਾਹੀਦਾ ਕਿ ਨਕਸ਼ਾ ਪਾਸ ਕਰਨ ਵੇਲੇ ਜਿੱਥੇ ਹੋਰ ਸ਼ਰਤਾਂ ਲਾਉਂਦੇ ਆ ਨਾਲ ਇਹ ਵੀ ਸ਼ਰਤ ਲਾ ਦੇਣ ਵੀ ਉਹਨਾਂ ਚਿਰ ਨਕਸ਼ਾ ਨਹੀਂ ਪਾਸ ਹੋਣਾ ਜਿੰਨਾ ਛੱਤਾਂ ਦਾ ਅਤੇ ਜਿਹੜਾ ਪੱਕੇ ਵਿਹੜੇ ਦਾ ਪਾਣੀ ਹੈ ਉਹ ਰੀਚਾਰਜ ਕਰਨ ਲਈ ਨਹੀਂ ਕਰਦੇ।